Jain students, today we shall do the slide of 14th September. It is chapter Sparrows. This chapter is written by K.A. Abbas. It is from section 3, chapter 3. Now let's do its glossary. First is hilarious tones. It means noisy laughter, ਉੱਚੀ ਹੱਸਣ ਦਾ ਸ਼ੋਰ. Compassion, sympathy, हमदर्दी. Vanquishing, defeating, हराना. Furtive, secret, stealthy, गुप्त. Resentment, anger, गुस्सा. Qazi, Muslim priest, काजी जिन्हों कहने हैं. Persecution, cruel treatment, जुल्म. Detested, a hated person. Gnawing, biting, कटना. Wreck, destroy कर देना, नष्ट कर देना. Mites, small creature, छोटे जीव. Docility, passive obedience, बिना किसी सरगर्म ਹੁੰਗਾਰੇ ਦੇ ਕੀ ਹੁੰਦਾ ਹੈ ਇਹਨੂੰ ਸਵੀਕਾਰਨਾ, ਆਗਿਆਕਾਰੀ ਕਰਨਾ, ਬਿਨਾ ਕਿਸੇ ਕਿੰਤੂ ਪਰੰਤੂ ਕੀਤੇ ਜੋ ਬੰਦਾ ਕਹਿ ਰਿਹਾ ਉਸ ਚੀਜ਼ ਨੂੰ ਗੱਲ ਨੂੰ ਮੰਨ ਲੈਣਾ. 13th ablutions, washing of the body, ਨਹਾਉਣਾ. 14th vixen, here ਇੱਥੇ ਚੈਪਟਰ ਦੇ ਵਿੱਚ ਕੀ ਹੈ, ਇਲ ਟੈਂਪਰਡ ਵੂਮਨ, ਜਿਹਦਾ ਮਾੜੇ ਵਤੀਰੇ ਵਾਲੀ ਔਰਤ. 15th ਐਂਟਿਕਸ, ਐਂਟਿਕਸ ਕੀ ਹੁੰਦਾ ਹੈ, ਅਮਿਊਜ਼ਿੰਗ ਬਿਹੇਵੀਅਰ, ਕਿਸੇ ਦਾ ਬਿਹੇਵੀਅਰ ਦੇਖ ਕੇ ਜਿਹੜਾ ਆਪਾਂ ਨੂੰ ਆਨੰਦ ਮਿਲਦਾ ਹੈ. ਚੌਪਾਲ, ਚੌਪਾਲ ਆਪਾਂ ਨੂੰ ਸਾਰਿਆਂ ਨੂੰ ਪਤਾ, ਜਿਹਨੂੰ ਆਪਾਂ ਸੱਥ ਕਹਿ ਦਿੰਦੇ ਹਾਂ ਪੰਜਾਬੀ ਦੇ ਵਿੱਚ. ਨਾਓ ਲੈਟਸ ਨੋ ਅਬਾਊਟ ਦਾ ਪੋਇਮ K.A. Abbas. Khwaja Ahmad Abbas, he was born on 7 June 1914 and he died on 1st of June 1987. Popularly known as K.A. Abbas. Khwaja Ahmad Abbas ਨੂੰ K.A. Abbas ਦੇ ਨਾਮ ਨਾਲ ਜਾਣਦੇ ਆਪਾਂ. He was an English film director, screenwriter, novelist and a journalist in Urdu, Hindi and English languages. ਜੋ ਅਬਾਸ ਸੀਗਾ ਉਹ ਡਾਇਰੈਕਟਰ ਸੀ, ਸਕਰੀਨ ਰਾਈਟਰ ਸੀ, ਨੋਵਲਿਸਟ ਸੀ, ਜਰਨਲਿਸਟ ਵੀ ਸੀਗਾ ਅਤੇ ਤਿੰਨੇ ਲੈਂਗੁਏਜਸ ਦੇ ਵਿੱਚ ਲਿਖਦਾ ਸੀ ਉਹ, ਉਰਦੂ, ਹਿੰਦੀ ਐਂਡ ਇੰਗਲਿਸ਼. ਅਬਾਸ ਕੰਪਲੀਟਡ ਹਿਜ਼ ਮੈਟ੍ਰਿਕੂਲੇਸ਼ਨ ਐਟ ਦ ਏਜ ਆਫ 15. 15 ਸਾਲ ਦੀ ਉਮਰ ਦੇ ਵਿੱਚ ਉਹਨੇ ਆਪਣੀ 10ਵੀਂ ਜਮਾਤ ਕਰ ਲਈ ਸੀ. ਹੀ ਡਿਡ ਹਿਜ਼ BA ਵਿਦ ਇੰਗਲਿਸ਼ ਲਿਟਰੇਚਰ ਇਨ 1933 ਐਂਡ LLB in 1935 ਫਰੋਮ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ. ਉਸਨੇ ਆਪਣੀ BA ਵਿਦ ਇੰਗਲਿਸ਼ ਲਿਟਰੇਚਰ 1933 ਵਿੱਚ ਅਤੇ LLB 1935 ਵਿੱਚ ਅਲੀਗੜ੍ਹ ਮੁਸਲਿਮ ਯੂਨੀਵਰਸਿਟੀ ਤੋਂ ਕੀਤੀ. ਹੀ ਵਨ 4 ਨੈਸ਼ਨਲ ਫਿਲਮ ਅਵਾਰਡਸ ਇਨ ਇੰਡੀਆ. ਉਹਨੂੰ 4 ਨੈਸ਼ਨਲ ਫਿਲਮ ਅਵਾਰਡ ਮਿਲੇ ਇੰਡੀਆ ਦੇ ਵਿੱਚ. ਹੀ ਵਾਜ਼ ਅਵਾਰਡਡ ਦਾ ਪਦਮ ਸ਼੍ਰੀ ਇਨ 1969. ਉਹਨੂੰ 1969 ਦੇ ਵਿੱਚ ਪਦਮ ਸ਼੍ਰੀ ਦੇ ਨਾਮ ਨਾਲ ਨਵਾਜਿਆ ਗਿਆ. ਨੈਕਸਟ ਬੱਚੋ 15 ਤਰੀਕ ਦੀ ਸਲਾਈਡ ਆ ਗਈ. ਦਿਸ ਇਜ਼ ਦ ਸਮਰੀ ਆਫ ਪੋਇਮ ਸਪੈਰੋ, ਚੈਪਟਰ ਸਪੈਰੋ, ਨਾਟ ਪੋਇਮ, ਚੈਪਟਰ ਸਪੈਰੋਜ਼. ਰਹੀਮ ਖਾਨ ਵਾਜ਼ ਅ 50-year-old peasant. ਰਹੀਮ ਖਾਨ 50 ਸਾਲ ਦਾ ओल्ड peasant ਸੀ, ਕਿਸਾਨ ਸੀ. Everybody in the village hated him for his harsh and cruel behavior. ਹਰ ਇੱਕ ਬੰਦਾ ਵਿਲੇਜ ਦੇ ਵਿੱਚ ਉਹਨੂੰ ਹੇਟ ਕਰਦਾ ਸੀਗਾ. ਕਿਉਂ? ਕਿਉਂਕਿ ਉਹਦਾ ਬਿਹੇਵੀਅਰ ਬੜਾ ਹਾਰਸ਼ ਸੀ, ਬੜਾ ਕਰੂਡ ਸੀ, ਬੜਾ ਕਰੂਅਲ ਸੀ. ਹੀ ਵਾਜ਼ ਨਾਟ ਕਾਈਂਡ ਈਵਨ ਟੂ ਚਿਲਡਰਨ. ਉਹ ਬੱਚਿਆਂ ਨੂੰ ਵੀ ਕਾਈਂਡ ਨਹੀਂ ਸੀਗਾ, ਐਂਡ ਐਨੀਮਲਸ, ਈਵਨ ਐਨੀਮਲਸ ਦੇ ਪ੍ਰਤੀ ਵੀ ਉਹ ਕਾਈਂਡ ਨਹੀਂ ਸੀਗਾ, ਦਿਆਲੂ ਨਹੀਂ ਸੀਗਾ. ਨੋ ਵਨ ਡੇਅਰ ਟੂ ਟਾਕ ਟੂ ਹਿਮ. ਕਿਸੇ 'ਚ ਐਡੀ ਹਿੰਮਤ ਨਹੀਂ ਹੁੰਦੀ ਸੀ ਕਿ ਕੋਈ ਉਹਦੇ ਨਾਲ ਗੱਲ ਕਰ ਲਵੇ. ਦ ਚਿਲਡਰਨ ਵੁੱਡ ਰਨ ਅਵੇ ਫਰੋਮ ਦੇਅਰ ਪਲੇ ਇਫ ਦੇ ਸੌ ਹਿਮ. ਬੱਚੇ ਅਗਰ ਉਹਨੂੰ ਦੇਖ ਲੈਂਦੇ ਖੇਡਦੇ ਖੇਡਦੇ ਭੱਜ ਜਾਂਦੇ. ਸੋ ਹੀ ਵਾਜ਼ ਫਰੈਂਡਲੈਸ ਇਨ ਦਾ ਵਿਲੇਜ. ਇਸ ਲਈ ਪਿੰਡ ਦੇ ਵਿੱਚ ਉਹ ਫਰੈਂਡਲੈਸ ਸੀ, ਉਹਦਾ ਕੋਈ ਦੋਸਤ ਨਹੀਂ ਸੀਗਾ. ਦ ਵਿਲੇਜਰਸ ਵਰ ਆਲਵੇਜ਼ ਇਨ ਫੀਅਰ ਆਫ ਰਹੀਮ ਖਾਨ. ਪਿੰਡ ਵਾਲੇ ਵੀ ਹਮੇਸ਼ਾ ਰਹੀਮ ਖਾਨ ਤੋਂ ਡਰਦੇ ਸੀ. ਬਟ ਹੀ ਵਾਜ਼ ਵੈਰੀ ਡਿਫਰੈਂਟ ਮੈਨ ਵੈਨ ਹੀ ਵਾਜ਼ ਯੰਗ. ਪਰ ਜਦੋਂ ਉਹ ਜਵਾਨ ਸੀ ਉਹ ਇਸ ਤੋਂ ਬਿਲਕੁਲ ਉਲਟ ਸੀਗਾ, ਉਹ ਇਸ ਤਰ੍ਹਾਂ ਦਾ ਹੈ ਹੀ ਨਹੀਂ ਸੀਗਾ. ਐਜ਼ ਅ ਯੰਗ ਮੈਨ ਰਹੀਮ ਖਾਨ ਹੈਡ 2 ਐਂਬੀਸ਼ਨਸ. ਜਦੋਂ ਉਹ ਯੰਗ ਮੈਨ ਸੀ ਹੀ ਹੈਡ 2 ਐਂਬੀਸ਼ਨਸ. ਐਂਬੀਸ਼ਨਸ ਕੀ ਹੁੰਦੀਆਂ ਨੇ? ਇੱਛਾਵਾਂ ਸੀਗੀਆਂ. His first ambition was to join a touring circus. ਪਹਿਲੀ ambition ਕੀ ਸੀ? touring circus ਨੂੰ join ਕਰਨਾ. Secondly, ਦੂਜੀ ambition ਕੀ ਸੀ? He wanted to marry a Hindu girl named Radha, daughter of Ramcharan, the village Baniya. ਉਹ ਰਾਧਾ ਨਾਂ ਦੀ ਲੜਕੀ ਦੇ ਨਾਲ, ਹਿੰਦੂ ਲੜਕੀ ਦੇ ਨਾਲ, ਰਾਮਚਰਨ ਦੀ ਲੜਕੀ ਦੇ ਨਾਲ, ਪਿੰਡ ਦੇ ਬਾਣੀ ਦੀ ਲੜਕੀ ਦੇ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ. These ambitions were not fulfilled. ਇਹ ਜਿਹੜੀਆਂ ਉਹਦੀਆਂ ਐਂਬੀਸ਼ਨ ਸੀ, ਇੱਛਾਵਾਂ ਸੀਗੀਆਂ, ਫੁੱਲਫਿਲ ਨਹੀਂ ਹੋਈਆਂ. Rahim Khan was not able to join the circus because his father thought it would be a low type of work. Rahim Khan circus नहीं join कर सकिया because
ਹਿਸ ਫਾਦਰ ਥੋਟ ਇਟ ਇਜ਼ ਟੂ ਬੀ ਅ ਲੋ ਟਾਈਪ ਆਫ ਵਰਕ। ਉਹਦੇ ਫਾਦਰ ਨੂੰ ਲੱਗਦਾ ਸੀ ਕਿ ਇਹ ਮਾੜਾ ਕੰਮ ਹੈ, ਛੋਟੇ ਦਰਜੇ ਦਾ ਕੰਮ ਹੈ। ਹਿਸ ਫਾਦਰ ਵਾਸ ਅਗੇਂਸਟ ਦਿਸ ਮੈਰਿਜ, ਅਤੇ ਉਹਦਾ ਫਾਦਰ ਰਾਧਾ ਤੇ ਉਹਦੀ ਮੈਰਿਜ ਦੇ ਵੀ ਖਿਲਾਫ ਸੀ। ਹਿਸ ਰੋਮਾਂਸ ਵਿਦ ਰਾਧਾ ਐਂਡਡ ਵੈਨ ਸ਼ੀ ਵਾਸ ਮੈਰਿਡ ਟੂ ਅਨਦਰ ਮੈਨ, ਤੇ ਰਾਧਾ ਨਾਲ ਜਿਹੜਾ ਉਹਦਾ ਰੋਮਾਂਸ ਸੀ ਉਦੋਂ ਐਂਡ ਹੋ ਗਿਆ ਜਦੋਂ ਰਾਧਾ ਦੀ ਮੈਰਿਜ ਕਿਸੇ ਹੋਰ ਬੰਦੇ ਨਾਲ ਹੋ ਗਈ। ਹਿਸ ਪੈਰੈਂਟਸ ਕਿਲਡ ਬੋਥ ਦੀਜ਼ ਐਂਬੀਸ਼ਨਸ, ਰਹੀਮ ਖਾਨ ਦੇ ਪੈਰੈਂਟਸ ਨੇ, ਮਾਪਿਆਂ ਨੇ ਉਹਦੀਆਂ ਦੋਨੇ ਐਂਬੀਸ਼ਨਸ ਨੂੰ ਖਤਮ ਕਰ ਦਿੱਤਾ। He once heard his father telling his mother how well he succeeded in getting his son to accept his words obediently. ਇੱਕ ਵਾਰ ਰਹੀਮ ਖਾਨ ਨੇ ਸੁਣਿਆ ਕਿ ਉਹਦਾ ਪਿਤਾ ਸੀ ਰਹੀਮ ਖਾਨ ਦਾ, ਉਹਦੀ ਮਦਰ ਨਾਲ ਗੱਲ ਕਰ ਰਿਹਾ ਸੀ ਕਿ ਦੇਖਿਆ ਮੇਰੇ ਬੇਟੇ ਨੂੰ ਮੈਂ ਕਿਵੇਂ ਓਬੀਡੀਐਂਟਲੀ ਆਗਿਆਕਾਰੀ ਤਰੀਕੇ ਨਾਲ ਮੇਰੇ ਗੱਲਾਂ ਮਨਾ ਲਈਆਂ। ਰਹੀਮ ਖਾਨ ਦੈਨ ਡਿਸਾਈਡਡ ਟੂ ਅਵੈਂਜ ਹਿਜ਼ ਡਿਫੀਟ। ਫਿਰ ਰਹੀਮ ਖਾਨ 'ਚ ਆਇਆ ਕਿ ਮੈਂ ਆਪਣਾ ਬਦਲਾ ਲਵਾਂ, ਬਦਲਾ ਲਵਾਂ ਮੈਂ ਆਪਣੀ ਡਿਫੀਟ ਦਾ, ਹਾਰ ਦਾ। He turned into a hard-hearted man. ਉਹ ਬੜੇ ਸਖਤ ਦਿਲ ਵਾਲਾ ਬੰਦਾ ਬਣ ਗਿਆ। His parents and society were responsible for turning him into a beast. ਉਹਦੇ ਪੈਰੈਂਟਸ, ਸੋਸਾਇਟੀ, ਸਮਾਜ, ਉਹ ਰਿਸਪੌਂਸੀਬਲ ਸੀ, ਉਹ ਜ਼ਿੰਮੇਵਾਰ ਸੀ ਜਿਨ੍ਹਾਂ ਨੇ ਉਸਨੂੰ ਜਾਨਵਰ ਬਣਾ ਦਿੱਤਾ ਸੀਗਾ, ਬੀਸਟ ਬਣਾ ਦਿੱਤਾ ਸੀਗਾ। He held his parents, his family and the society responsible for the frustration of his dreams. ਉਹਨੇ ਉਹਦੇ ਪੈਰੈਂਟਸ ਨੂੰ, ਉਹਦੀ ਫੈਮਿਲੀ ਨੂੰ ਤੇ ਸਮਾਜ ਨੂੰ ਰਿਸਪੌਂਸੀਬਲ ਠਹਿਰਾਇਆ, ਜ਼ਿੰਮੇਵਾਰ ਠਹਿਰਾਇਆ ਜਿਹੜੀਆਂ ਉਹਦੇ ਡ੍ਰੀਮਸ ਸੀਗੇ ਟੁੱਟ ਗਏ ਸੀਗੇ। ਹੀ ਬਿਕੇਮ ਕਰੂਅਲ ਟੂ ਹਿਜ਼ ਵਾਈਫ ਐਂਡ ਚਿਲਡਰਨ। ਉਹ ਆਪਣੀ ਵਾਈਫ ਦੇ ਪ੍ਰਤੀ, ਬੱਚਿਆਂ ਦੇ ਪ੍ਰਤੀ ਕਰੂਅਲ ਹੋ ਗਿਆ, ਕਰੂਡ ਹੋ ਗਿਆ। ਹੀ ਬਿਕੇਮ ਅਨਫਰੈਂਡਲੀ ਵਿਦ ਐਵਰੀਵਨ, ਹਰੇਕ ਦੇ ਨਾਲ ਅਨਫਰੈਂਡਲੀ ਹੋ ਗਿਆ, ਹਰੇਕ ਨਾਲ ਮਾੜੇ ਤਰੀਕੇ ਨਾਲ ਗੱਲ ਕਰਦਾ ਸੀ। ਹੀ ਇਲ ਟਰੀਟਡ ਹਿਜ਼ ਵਾਈਫ, ਉਹ ਆਪਣੀ ਘਰ ਵਾਲੀ ਨਾਲ ਮਾੜਾ ਵਤੀਰਾ ਕਰਦਾ ਸੀ। ਹਿਜ਼ 2 ਸਨਸ ਬੁੰਦੂ ਐਂਡ ਨੂਰੂ ਐਂਡ ਹਿਜ਼ 2 ਬਲਕਸ, ਉਹ ਆਪਣੇ ਮੁੰਡਿਆਂ ਨਾਲ ਵੀ, ਉਹਦੇ ਬੱਚਿਆਂ ਦਾ ਨਾਂ ਕੀ ਸੀਗਾ, ਨੂਰੂ ਤੇ ਬੁੰਦੂ, ਤੇ ਆਪਣੇ ਬਲਦਾਂ ਨਾਲ, ਬੁਲਕਸ ਨਾਲ ਵੀ ਉਹ ਮਾੜਾ ਵਤੀਰਾ ਕਰਦਾ ਸੀ। 6 years ago, 6 ਸਾਲ ਪਹਿਲਾਂ, ਹਿਜ਼ ਐਲਡਰ ਸਨ ਬੁੰਦੂ ਰੈਨ ਅਵੇ ਫਰੋਮ ਹੋਮ ਬਿਕੋਜ਼ ਆਫ ਹਿਜ਼ ਸਵੀਅਰ ਬੀਟਿੰਗ। 6 ਸਾਲ ਪਹਿਲਾਂ ਉਹਦਾ ਜਿਹੜਾ ਵੱਡਾ ਲੜਕਾ ਸੀ ਬੁੰਦੂ, ਉਹ ਘਰੋਂ ਭੱਜ ਗਿਆ ਸੀ। ਕਿਉਂ? ਬਿਕੋਜ਼ ਆਫ ਹਿਜ਼ ਸਵੀਅਰ ਬੀਟਿੰਗ, ਕਿਉਂਕਿ ਉਹਨੇ ਬਹੁਤ ਕੁੱਟਿਆ ਸੀ ਉਹ। 3 years later, ਹਿਜ਼ ਸੈਕਿੰਡ ਸਨ ਨੂਰੂ ਆਲਸੋ ਜੁਆਇਨਡ ਹਿਜ਼ ਬ੍ਰਦਰ, ਤੇ ਉਹਦਾ ਦੂਸਰਾ ਲੜਕਾ ਵੀ ਨੂਰੂ, ਉਹ ਵੀ ਆਪਣੇ ਭਾਈ ਦੇ ਨਾਲ ਜਾ ਕੇ ਮਿਲ ਗਿਆ। ਵਨ ਡੇ ਵੈਨ ਹੀ ਰਿਟਰਨਡ ਹੋਮ ਫਰੋਮ fields, an old woman from the neighborhood told him that his wife had gone to her brother's place and that she would be back shortly. ਇੱਕ ਦਿਨ ਜਦੋਂ ਉਹ ਖੇਤਾਂ ਤੋਂ ਘਰੇ ਵਾਪਸ ਆਇਆ ਤਾਂ ਇੱਕ ਗਵਾਂਢ ਦੀ ਔਰਤ ਨੇ ਦੱਸਿਆ ਕਿ his wife had gone to her brother's place, ਕਿ ਉਹਦੀ ਜਿਹੜੀ ਘਰ ਵਾਲੀ ਹੈ ਉਹ ਆਪਣੇ ਭਰਾ ਦੇ ਘਰ ਗਈ ਹੈ ਤੇ ਉਹ ਛੇਤੀ ਹੀ ਵਾਪਸ ਆ ਜਾਵੇਗੀ। ਰਹੀਮ ਖਾਨ knew that she would never come back. ਰਹੀਮ ਖਾਨ ਨੂੰ ਪਤਾ ਸੀ ਕਿ ਉਹ ਵਾਪਸ ਨਹੀਂ ਆਏਗੀ। He felt uncomfortable and unhappy also. ਉਹਨੂੰ uncomfortable ਮਹਿਸੂਸ ਹੋਇਆ ਤੇ unhappy ਵੀ ਮਹਿਸੂਸ ਕੀਤਾ ਉਸਨੇ। One day as he was cleaning the roof, ਇੱਕ ਦਿਨ ਉਹ ਜਦੋਂ ਨਾ ਛੱਤ ਸਾਫ਼ ਕਰ ਰਿਹਾ ਸੀ, he spotted a small nest of sparrows in a corner. ਛੱਤ ਦੇ ਇੱਕ ਖੁੰਝੇ ਦੇ ਵਿੱਚ ਉਹਨੂੰ ਚਿੜੀਆਂ ਦਾ ਇੱਕ ਛੋਟਾ ਜਿਹਾ ਆਲਣਾ ਦਿਖਿਆ। Initially he wanted to destroy the nest. Initially ਸ਼ੁਰੂ ਵਿੱਚ he wanted to destroy the nest. ਉਹ ਨੈਸਟ ਨੂੰ ਤੋੜ ਦੇਣਾ ਚਾਹੁੰਦਾ ਸੀ। But he left the nest unharmed. ਪਰ ਉਹਨੇ ਨੈਸਟ ਨੂੰ ਅਨਹਾਰਮਡ ਛੱਡਤਾ, ਬਿਨਾਂ ਕੋਈ ਨੁਕਸਾਨ ਪਹੁੰਚਾਏ ਛੱਡਤਾ। ਦ ਮਦਰ ਸਪੈਰੋਜ਼ ਲਵ ਫॉर ਹਰ ਯੰਗ ਵਨਸ ਮੂਵਡ ਰਹੀਮ ਖਾਨਸ ਹਾਰਟ। ਜੋ ਮਦਰ ਸਪੈਰੋ ਸੀ, ਜਦੋਂ ਰਹੀਮ ਖਾਨ ਉਸ ਨੈਟ ਦੇ ਕੋਲ ਪਹੁੰਚਿਆ, ਉਸਦੇ ਨੈਸਟ ਦੇ ਕੋਲ ਪਹੁੰਚਿਆ, ਮਦਰ ਸਪੈਰੋ ਨੇ ਰਹੀਮ ਖਾਨ ਦੇ ਉੱਪਰ ਹਮਲਾ ਕਰਤਾ। ਐਂਡ ਇਸ ਚੀਜ਼ ਨੂੰ ਦੇਖ ਕੇ, ਮਦਰ ਸਪੈਰੋ ਦੇ ਲਵ ਨੂੰ ਦੇਖ ਕੇ ਰਹੀਮ ਖਾਨ ਦਾ ਦਿਲ ਪਸੀਜ ਗਿਆ। ਦ ਨੈਸਟ ਆਫ ਸਪੈਰੋਜ਼ ਕੰਪਲੀਟਲੀ ਟਰਾਂਸਫਾਰਮਡ ਰਹੀਮ ਖਾਨ। ਜਿਹੜਾ ਸਪੈਰੋਜ਼ ਦਾ ਨੈਸਟ ਸੀਗਾ ਉਹਨੇ ਰਹੀਮ ਖਾਨ ਨੂੰ ਕੰਪਲੀਟਲੀ ਟਰਾਂਸਫਾਰਮ ਕਰਤਾ, ਕੰਪਲੀਟਲੀ ਬਦਲਤਾ। ਹੀ ਬਿਕੇਮ ਅ ਕਾਈਂਡ ਮੈਨ ਅਗੇਨ, ਉਹ ਦੁਬਾਰਾ ਇੱਕ ਕਾਈਂਡ ਮੈਨ ਬਣ ਗਿਆ। ਹੀ ਰੀਅਲਾਈਜ਼ਡ ਦੇਅਰ ਲਵ ਐਂਡ ਕੇਅਰ ਫॉर ਦ ਫੈਮਿਲੀ। ਉਹਨੂੰ ਅਹਿਸਾਸ ਹੋਇਆ ਕਿ ਫੈਮਿਲੀ ਦਾ ਪਿਆਰ ਕੀ ਹੁੰਦਾ, ਲਵ ਕੀ ਹੁੰਦਾ ਹੈ। Soon the young ones grew well and began to move around inside his house. ਛੇਤੀ ਜੋ ਚਿੜੀ ਦੇ ਬੱਚੇ ਸੀ, ਚਿੜੀ ਉਹ ਵੱਡੇ ਹੋ ਗਏ ਅਤੇ ਉਹਦੇ ਘਰ ਦੇ ਵਿੱਚ ਘੁੰਮਣ ਲੱਗ ਗਏ। He started feeding them. ਉਹ ਉਹਨਾਂ ਨੂੰ ਖਾਣਾ ਖਵਾਉਣ ਲੱਗ ਗਿਆ। With bread crumbs and other grains, ਉਹਨਾਂ ਨੂੰ ਬ੍ਰੈਡ ਰੋਟੀ ਦੇ ਟੁਕੜੇ ਪਾਉਣ ਦਾ, ਹੋਰ ਦਾਣੇ ਪਾਉਣ ਦਾ। He called them as Bundu and Nuru after his sons. ਅਤੇ ਉਹਨਾਂ ਨੇ, ਰਹੀਮ ਖਾਨ ਨੇ ਉਹਨਾਂ ਦਾ ਚਿੜੀਆਂ ਦੇ ਬੱਚਿਆਂ ਦੇ ਨਾਂ, ਚੂਚਿਆਂ ਦਾ ਨਾਂ ਵੀ ਆਪਣੇ ਪੁੱਤਰਾਂ ਦੇ ਨਾਮ 'ਤੇ ਰੱਖਤਾ। ਇੱਕ ਦਾ ਨਾਮ ਨੂਰੂ ਰੱਖਤਾ ਉਸਨੇ, ਇੱਕ ਦਾ ਨਾਮ ਬੰਦੂ ਰੱਖਤਾ। There was now total transformation in his temperament and outlook on life. ਹੁਣ ਉਹਦੇ ਵਿੱਚ ਬਿਲਕੁਲ ਟਰਾਂਸਫੋਰਮੇਸ਼ਨ ਹੋ ਗਈ, ਚੇਂਜ ਹੋ ਗਿਆ। ਉਹਦਾ ਟੈਂਪਰਾਮੈਂਟ ਸੀ, ਜੋ ਵਤੀਰਾ ਸੀ, ਆਊਟਲੁੱਕ ਸੀ, ਜ਼ਿੰਦਗੀ ਦਾ ਨਜ਼ਰੀਆ ਸੀ, ਉਹ ਬਿਲਕੁਲ ਚੇਂਜ ਹੋ ਗਿਆ। ਦ ਵਿਲੇਜਸ took note of the change in him. ਪਿੰਡ ਵਾਲਿਆਂ ਨੇ ਵੀ ਰਹੀਮ ਖਾਨ ਦੇ ਵਤੀਰੇ ਦੇ ਵਿੱਚ ਚੇਂਜ ਨੂੰ ਨੋਟ ਕੀਤਾ।
ਹੀ ਈਵਨ ਸਟਾਪਡ ਸ਼ਾਊਟਿੰਗ ਐਟ ਦ ਚਿਲਡਰਨ, ਉਹਨੇ ਬੱਚਿਆਂ 'ਤੇ ਵੀ ਸ਼ਾਊਟ ਕਰਨਾ ਛੱਡਤਾ। ਵੈਨ ਦ ਮੌਨਸੂਨ ਸੀਜ਼ਨ ਸੈਟ, ਹੁਣ ਮੌਨਸੂਨ ਦਾ ਸੀਜ਼ਨ ਆ ਗਿਆ। ਇਟ ਰੇਨਡ ਹੈਵੀਲੀ ਵਨ ਈਵਨਿੰਗ, ਇੱਕ ਸ਼ਾਮ ਨੂੰ ਬਹੁਤ ਮੀਂਹ ਪਿਆ। ਦ ਰੂਫ ਜਸਟ ਅਬਵ ਦ ਸਪੈਰੋਜ਼ ਨੈਸਟ ਵਾਜ਼ ਲੀਕਿੰਗ, ਅਤੇ ਜਿਹੜੀ ਛੱਤ ਸੀ ਚਿੜੀਆਂ ਦੇ ਆਲ੍ਹਣੇ ਦੇ ਉੱਪਰ ਉਹ ਲੀਕ ਕਰ ਰਹੀ ਸੀ। ਵੈਲ ਰਿਪੇਅਰਿੰਗ ਦ ਰੂਫ ਆਫ ਹਿਸ ਕਾਟੇਜ ਇਨ ਦ ਰੇਨ ਹੀ ਗॉट ਡਰੈਂਚਡ, ਜਦੋਂ ਉਹ ਉਸ ਰੂਫ ਨੂੰ ਰਿਪੇਅਰ ਕਰ ਰਿਹਾ ਸੀ ਰਹੀਮ ਖਾਨ, ਤਾਂ ਉਹ ਬਿਲਕੁਲ ਡਰੈਂਚ ਹੋ ਗਿਆ। ਡਰੈਂਚ ਦਾ ਮਤਲਬ ਕੀ ਹੁੰਦਾ? ਗੱਚ ਹੋ ਜਾਣਾ, ਇਸ ਤਰ੍ਹਾਂ ਆਪਾਂ ਬਿਲਕੁਲ ਭਰ ਭਿੱਜ ਜਾਂਦੇ ਹਾਂ ਨਾ, ਉਸ ਚੀਜ਼ ਨੂੰ ਕਹਿੰਦੇ ਨੇ ਡਰੈਂਚ ਹੋਣਾ। ਹੀ ਹੈਡ ਆਲਰੇਡੀ ਸਟਾਰਟਡ ਸਨੀਜ਼ਿੰਗ, ਉਹਨੂੰ ਛਿੱਕਾਂ ਆਉਣ ਲੱਗ ਗਈਆਂ, ਸਨੀਜ਼ ਕਰਨ ਲੱਗ ਗਿਆ ਸੀ ਉਹ। ਹੀ ਫੇਲ ਟੂ ਟੇਕ ਕੇਅਰ ਐਟ ਵੰਸ, ਆਪਦਾ ਉਹ ਦੇਖਭਾਲ ਕਰਨ 'ਚ ਫੇਲ ਹੋ ਗਿਆ। ਹੀ ਵੋਕ ਅਪ ਨੈਕਸਟ ਡੇ ਵਿਦ ਹਾਈ ਫੀਵਰ, ਅਗਲੇ ਦਿਨ ਉਹਨੂੰ ਹਾਈ ਫੀਵਰ ਹੋ ਗਿਆ। ਹੀ ਡਿਡ ਨਾਟ ਗੋ ਆਊਟ ਫॉर ਹਿਜ਼ ਹਟ ਫॉर ਮੈਨੀ ਡੇਜ਼, ਆਪਣੀ ਹਟ ਤੋਂ ਕਈ ਦਿਨ ਬਾਹਰ ਨਹੀਂ ਗਿਆ। ਹਿਜ਼ ਓਨਲੀ ਕੰਪੈਨੀਅਨਸ ਵਰ ਨਾਓ ਦ 4 ਸਪੈਰੋਜ਼, ਹੁਣ ਉਹਦੇ ਸਿਰਫ ਜਿਹੜੇ ਕੰਪੈਨੀਅਨ ਸੀਗੇ, ਸਾਥੀ ਸੀਗੇ, ਸਿਰਫ ਉਹ 4 ਚਿੜੀਆਂ ਸੀ। ਡਿਊਰਿੰਗ ਹਿਜ਼ ਲਾਸਟ ਮੂਮੈਂਟਸ, ਉਹਦੀ ਜ਼ਿੰਦਗੀ ਦੇ ਆਖਰੀ ਪਲਾਂ ਦੇ ਵਿੱਚ, ਹਿਜ਼ ਓਨਲੀ ਵਰੀ ਵਾਜ਼ ਅਬਾਊਟ ਦ ਸਪੈਰੋਜ਼, ਸਿਰਫ ਉਹਦੀ ਇੱਕੋ ਇੱਕ ਚਿੰਤਾ ਸੀ, ਚਿੜੀਆਂ ਦੀ ਚਿੰਤਾ। ਦ ਵਿਲੇਜਰਸ ਸੈਂਟ ਫॉर ਹਿਜ਼ ਵਾਈਫ ਟੂ ਲੁੱਕ ਆਫਟਰ ਹਿਮ, ਪਿੰਡ ਵਾਲਿਆਂ ਨੇ ਉਹਦੀ ਪਤਨੀ ਨੂੰ ਸੁਨੇਹਾ ਭੇਜਿਆ ਕਿ ਉਹਦਾ ਦੇਖਭਾਲ ਕਰ ਰਹੇ। ਹਿਜ਼ ਵਾਈਫ ਕੇਮ ਅਲੋਂਗ ਵਿਦ ਹਰ 2 ਸਨਸ, ਉਹਦੀ ਘਰਵਾਲੀ ਆ ਗਈ ਆਪਣੇ ਦੋਨੇ ਮੁੰਡਿਆਂ ਨੂੰ, ਲੜਕਿਆਂ ਨੂੰ ਨਾਲ ਲੈ ਕੇ। ਦੇ ਓਪਨ ਦ ਡੋਰ, ਦਰਵਾਜ਼ਾ ਖੋਲ੍ਹਿਆ। ਦੇ ਸੌ that Rahim Khan was lying dead on his cot, ਤੇ ਦੇਖਿਆ ਕਿ ਰਹੀਮ ਖਾਨ he was lying dead, ਮਰਿਆ ਪਿਆ ਸੀ, on his cot, cot ਮਤਲਬ ਮੰਜੀ ਦੇ ਉੱਪਰ ਪਿਆ ਸੀ। and the 4 sparrows were fluttering around him, ਤੇ ਚਾਰੋਂ ਚਿੜੀਆਂ ਉਹਦੇ ਆਲੇ ਦੁਆਲੇ ਘੁੰਮ ਰਹੀਆਂ ਸੀ। ਹਾਂਜੀ, ਹੁਣ ਅੱਜ ਦੀ ਸਲਾਈਡ ਆ ਗਈ 16 ਤਰੀਕ 16 ਸਤੰਬਰ ਦੀ ਸਲਾਈਡ ਆ ਗਈ। this is the character sketch of Rahim Khan. Rahim Khan is the main character of the story Sparrows. This story is written by K.A. Abbas. ਜਿਹੜੀ ਰਹੀਮ ਖਾਨ ਹੈ ਸਪੈਰੋਜ਼ ਸਟੋਰੀ ਦਾ ਮੇਨ ਕੈਰੈਕਟਰ ਹੈ, ਐਂਡ ਦਿਸ ਸਟੋਰੀ ਇਜ਼ ਰਿਟਨ ਬਾਈ K.A. Abbas. ਹੀ ਵਾਜ਼ ਅ ਫਾਰਮਰ, ਰਹੀਮ ਖਾਨ ਕਿਸੇ ਦਾ ਫਾਰਮਰ ਸੀ। ਹੀ ਹੈਡ 2 ਐਂਬੀਸ਼ਨਸ ਇਨ ਲਾਈਫ, ਉਹਦੀ ਜ਼ਿੰਦਗੀ ਦੀਆਂ 2 ਇੱਛਾਵਾਂ ਸੀਗੀਆਂ। ਰਹੀਮ ਖਾਨਸ ਫਰਸਟ ਐਂਬੀਸ਼ਨ ਵਾਜ਼ ਟੂ ਜੁਆਇਨ ਅ ਟੂਰਿੰਗ ਸਰਕਸ, ਪਹਿਲੀ ਇੱਛਾ ਸੀ ਕਿ ਉਹ ਇੱਕ ਟੂਰਿੰਗ ਸਰਕਸ ਜੁਆਇਨ ਕਰੇ। ਸੈਕੰਡਲੀ ਹੀ ਵਾਂਟਡ ਟੂ ਮੈਰੀ ਅ ਹਿੰਦੂ ਗਰਲ ਨੇਮਡ ਰਾਧਾ, ਸੈਕਿੰਡ ਸੀਗੀ ਉਹਦੀ ਇੱਛਾ ਕਿ ਉਹ ਇੱਕ ਰਾਧਾ ਨਾਂ ਦੀ ਹਿੰਦੂ ਲੜਕੀ ਨਾਲ ਵਿਆਹ ਕਰਵਾਏ। ਦੀਜ਼ ਐਂਬੀਸ਼ਨਸ ਵਰ ਨਾਟ ਫੁਲਫਿਲਡ, ਇਹ ਇੱਛਾਵਾਂ ਉਹਦੀਆਂ ਫੁਲਫਿਲ ਨਹੀਂ ਹੋਈਆਂ, ਪੂਰੀਆਂ ਨਹੀਂ ਹੋਈਆਂ। ਹਿਜ਼ ਪੈਰੈਂਟਸ ਕਿਲਡ ਬੋਥ ਦੀਜ਼ ਐਂਬੀਸ਼ਨਸ, ਉਹਦੇ ਮਾਪਿਆਂ ਨੇ ਉਹਦੀਆਂ ਦੋਵੇਂ ਐਂਬੀਸ਼ਨਸ ਨੂੰ ਕਿਲ ਕਰਤਾ, ਮਾਰ ਦਿੱਤਾ। ਆਫਟਰ ਦੈਟ ਹੀ ਟਰਨਡ ਇਨਟੂ ਅ ਹਾਰਡ ਹਾਰਟਡ ਮੈਨ, ਇਸ ਤੋਂ ਬਾਅਦ ਉਹ ਇੱਕ ਸਖਤ ਦਿਲ ਵਾਲਾ ਬੰਦਾ ਬਣ ਗਿਆ। ਹੀ ਬੀਟ ਹਿਜ਼ ਵਾਈਫ ਐਂਡ ਇਲ ਟਰੀਟਡ ਹਿਜ਼ ਚਿਲਡਰਨ, ਉਹ ਆਪਣੀ ਘਰਵਾਲੀ ਨੂੰ ਕੁੱਟਦਾ, ਆਪਣੇ ਬੱਚਿਆਂ ਨੂੰ ਇਲ ਟਰੀਟ ਕਰਦਾ। ਹੀ ਬਿਕੇਮ ਅਨਫਰੈਂਡਲੀ ਵਿਦ ਐਵਰੀਵਨ, ਹਰੇਕ ਨਾਲ ਉਹ ਅਨਫਰੈਂਡਲੀ ਹੋ ਗਿਆ। ਹਿਜ਼ ਕਾਈਂਡਨੈਸ ਰਿਟਰਨ ਟੂ ਹਿਮ ਇਨ ਦ ਐਂਡ ਵਿੱਚ ਉਹਦੀ ਕਾਈਂਡਨੈਸ ਦੁਬਾਰਾ ਉਹਦੇ ਵਿੱਚ ਵਾਪਸ ਆ ਗਈ, ਡਿਊ ਟੂ ਦ ਸਪੈਰੋਜ਼, ਚਿੜੀਆਂ ਕਰਕੇ। ਵੈਨ ਹੀ ਵਾਜ਼ ਔਨ ਹਿਜ਼ ਡੈਥ ਬੈਡ, ਜਦੋਂ ਉਹ ਆਪਦੇ ਡੈਥ ਬੈਡ 'ਤੇ ਸੀ, ਮਰਨ ਵਾਲਾ ਸੀ, ਹੀ ਵਾਜ਼ ਵਰਿਡ ਅਬਾਊਟ ਸਪੈਰੋਜ਼, ਉਹ ਸਿਰਫ ਅਤੇ ਸਿਰਫ ਉਹਨੂੰ ਇੱਕ ਹੀ ਚਿੰਤਾ ਸੀ, ਕਿਹਦੀ ਚਿੰਤਾ ਸੀ? ਸਪੈਰੋਜ਼ ਦੀ ਚਿੰਤਾ ਸੀ। ਵੀ ਫੀਲ ਪਿਟੀ ਫॉर ਹਿਮ, ਸਾਨੂੰ ਉਹਦੇ ਉੱਪਰ ਤਰਸ ਆਉਂਦਾ। ਅਗਲਾ ਕੁਐਸਚਨ ਹੈ ਮੈਸੇਜ ਕਨਵੇਡ, ਵਾਟ ਇਜ਼ ਦ ਮੈਸੇਜ ਕਨਵੇਡ ਬਾਈ ਦ ਸਟੋਰੀ? ਦਿਸ ਸਟੋਰੀ ਕਨਵੇਜ਼ ਦ ਮੈਸੇਜ ਦੈਟ ਮੈਨ ਇਜ਼ ਨਾਟ ਬੈਡ ਫਰੋਮ ਬਰਥ, ਇਹ ਸਟੋਰੀ ਇਹ ਮੈਸੇਜ ਕਨਵੇ ਕਰਦੀ ਹੈ ਕਿ ਬੰਦਾ ਜਨਮ ਤੋਂ ਹੀ ਬੁਰਾ ਨਹੀਂ ਹੁੰਦਾ, ਬਟ ਸਰਕਮਸਟਾਂਸਿਸ ਮੇਕ ਹਿਮ ਬੈਡ, ਪਰ ਜਿਹੜੇ ਸਰਕਮਸਟਾਂਸਿਸ ਨੇ, ਹਾਲਾਤ ਨੇ, ਉਹਨੂੰ ਬੁਰਾ ਬਣਾ ਦਿੰਦੇ ਨੇ। ਰਹੀਮ ਖਾਨ ਵਾਜ਼ ਅ ਕਾਈਂਡ ਹਾਰਟਡ ਮੈਨ, ਰਹੀਮ ਖਾਨ ਸੀ ਦਿਆਲੂ ਦਿਲ ਦਾ ਬੰਦਾ ਸੀ। ਰਹੀਮ ਖਾਨਸ ਫਰਸਟ ਐਂਬੀਸ਼ਨ ਵਾਜ਼ ਟੂ ਜੁਆਇਨ ਅ ਟੂਰਿੰਗ ਸਰਕਸ, ਪਹਿਲੀ ਉਹਦੀ ਇੱਛਾ ਕੀ ਸੀ? ਟੂਰਿੰਗ ਸਰਕਸ ਜੁਆਇਨ ਕਰਨਾ। ਸੈਕਿੰਡਲੀ ਹੀ ਵਾਂਟਡ ਟੂ ਮੈਰੀ ਅ ਹਿੰਦੂ ਗਰਲ ਨੇਮਡ ਰਾਧਾ, ਦੂਜੀ ਐਂਬੀਸ਼ਨ ਸੀਗੀ ਉਹ ਹਿੰਦੂ ਗਰਲ ਰਾਧਾ ਨਾਲ ਵਿਆਹ ਕਰਵਾਉਣਾ ਚਾਹੁੰਦਾ ਸੀ। ਦੀਜ਼ ਐਂਬੀਸ਼ਨਸ ਵਰ ਨਾਟ ਫੁਲਫਿਲਡ, ਇਹ ਐਂਬੀਸ਼ਨਸ ਫੁਲਫਿਲ ਨਹੀਂ ਹੋਈਆਂ। ਹਿਜ਼ ਪੈਰੈਂਟਸ ਕਿਲਡ ਬੋਥ ਦੀਜ਼ ਐਂਬੀਸ਼ਨਸ, ਉਹਦੀਆਂ ਦੋਨੇ ਐਂਬੀਸ਼ਨਸ ਉਸਦੇ ਪੈਰੈਂਟਸ ਨੇ ਖ਼ਤਮ ਕਰ ਦਿੱਤੀਆਂ। ਹੀ ਹੈਲਡ ਹਿਜ਼ ਪੈਰੈਂਟਸ, ਹਿਜ਼ ਫੈਮਿਲੀ ਐਂਡ ਸੋਸਾਇਟੀ ਰਿਸਪੋਂਸੀਬਲ ਫॉर ਦ ਫਰਸਟ੍ਰੇਸ਼ਨ ਆਫ ਹਿਜ਼ ਡਰੀਮਸ, ਉਹਨੇ ਉਹਦੇ ਪੈਰੈਂਟਸ ਨੂੰ, ਫੈਮਿਲੀ ਨੂੰ, ਸੁਸਾਇਟੀ ਨੂੰ ਜ਼ਿੰਮੇਵਾਰ ਠਹਿਰਾਇਆ ਜਿਸ ਨਾਲ ਉਹਦੇ ਸੁਪਨੇ ਟੁੱਟੇ। ਹੀ ਬਿਕੇਮ ਕਰੂਅਲ ਟੂ ਹਿਜ਼ ਵਾਈਫ ਐਂਡ ਚਿਲਡਰਨ, ਉਹ ਆਪਦੀ ਵਾਈਫ ਅਤੇ ਬੱਚਿਆਂ ਪ੍ਰਤੀ ਕਰੂਅਲ ਹੋ ਗਿਆ, ਕਰੂਡ ਹੋ ਗਿਆ। ਹੀ ਬਿਕੇਮ ਅਨਫਰੈਂਡਲੀ ਵਿਦ ਐਵਰੀਵਨ, ਹਰੇਕ ਨਾਲ ਉਹ ਅਨਫਰੈਂਡਲੀ ਹੋ ਗਿਆ। ਦ ਨੈਸਟ ਆਫ ਸਪੈਰੋਜ਼ ਕੰਪਲੀਟਲੀ ਟਰਾਂਸਫਾਰਮਡ ਰਹੀਮ ਖਾਨ, ਜੋ ਸਪੈਰੋਜ਼ ਦੇ ਨੈਸਟ ਨੇ ਰਹੀਮ ਖਾਨ ਨੂੰ ਪੂਰੀ ਤਰ੍ਹਾਂ ਟਰਾਂਸਫਾਰਮ ਕਰਤਾ, ਬਦਲਤਾ। ਹੀ ਬਿਕੇਮ ਅ ਕਾਈਂਡ ਮੈਨ ਅਗੇਨ। ਵਾਈਲ ਰਿਪੇਅਰਿੰਗ ਦ ਰੂਫ ਆਫ ਹਿਜ਼ ਕਾਟੇਜ ਇਨ ਦ ਰੇਨ ਫॉर ਸਪੈਰੋਜ਼ ਹੀ ਗॉट ਡਰੈਂਚਡ। ਵਾਈਲ ਰਿਪੇਅਰਿੰਗ ਦਾ ਰੂਫ, ਜਦੋਂ ਉਹ ਰੂਫ ਨੂੰ ਰਿਪੇਅਰ ਕਰ ਰਿਹਾ ਸੀਗਾ ਆਪਣੇ ਕਾਟੇਜ ਦੀ ਛੱਤ ਨੂੰ, ਤਾਂ ਉਹ ਭਿੱਜ ਗਿਆ, ਮੀਂਹ ਦੇ ਵਿੱਚ ਭਿੱਜ ਗਿਆ। ਐਂਡ ਇਨ ਦ ਐਂਡ ਡਿਊਰਿੰਗ ਹਿਜ਼ ਲਾਸਟ ਮੂਮੈਂਟਸ, ਅਤੇ
ਅੰਤ ਵਿੱਚ ਆਪਣੇ ਜੋ ਆਖਰੀ ਸਮੇਂ ਦੇ ਵਿੱਚ ਹਿਜ਼ ਓਨਲੀ ਵਰੀ ਵਾਜ਼ ਹੂ ਵੁੱਡ ਫੀਡ ਦ ਸਪੈਰੋਜ਼ ਆਫਟਰ ਹਿਜ਼ ਡੈਥ। ਉਹਦੀ ਇੱਕੋ ਹੀ ਚਿੰਤਾ ਸੀ ਕਿ ਚਿੜੀਆਂ ਨੂੰ ਖਾਣਾ ਕੌਣ ਖਿਲਾਏਗਾ। ਜਦੋਂ ਉਹ ਮਰ ਗਿਆ ਤਾਂ ਉਸ ਤੋਂ ਬਾਅਦ ਚਿੜੀਆਂ ਨੂੰ ਖਾਣਾ ਕੌਣ ਖਿਲਾਏਗਾ। ਇਟ ਸ਼ੋਜ਼ ਦੈਟ ਰਹੀਮ ਖਾਨ ਵਾਜ਼ ਨਾਟ ਬੈਡ ਐਟ ਹਾਰਟ। ਇਹ ਹੀ ਸ਼ੋਅ ਕਰਦਾ ਹੈ ਕਿ ਰਹੀਮ ਖਾਨ ਸੀਗਾ ਜਿਹੜਾ ਉਹ ਦਿਲੋਂ ਮਾੜਾ ਨਹੀਂ ਸੀ। ਓਨਲੀ ਦ ਸੋਸਾਇਟੀ ਹੈਡ ਮੇਡ ਹਿਮ ਹਾਰਡ ਹਾਰਟਡ। ਸਿਰਫ ਸੋਸਾਇਟੀ ਨੇ, ਸਮਾਜ ਨੇ ਉਹਨੂੰ ਸਖਤ ਦਿਲ ਵਾਲਾ ਵਿਅਕਤੀ ਬਣਾਤਾ ਸੀ। ਥੈਂਕ ਯੂ। ਆਈ ਹੋਪ ਤੁਹਾਨੂੰ ਸਮਝ ਆਇਆ ਹੋਵੇਗਾ ਅਤੇ ਇਹ ਕੁਐਸਚਨਸ ਨੇ ਜੋ ਤੁਸੀਂ ਆਪਣੀ ਨੋਟਬੁੱਕ ਉੱਪਰ ਲਿਖਣੇ ਨੇ। ਕੱਲ ਮਿਲਦੇ ਹਾਂ। ਬਾਏ।